ਵਿਸ਼ੇਸ਼ ਤੌਰ 'ਤੇ ਅੱਜ ਅਸੀਂ ਨੌਜਵਾਨਾਂ ਦੇ ਲਈ ਜੋ ਨੌਜਵਾਨ ਥੋੜ੍ਹਾ ਐਫਰਟ ਕਰਕੇ ਵੀ ਕੁਛ ਨਾ ਕੁਛ ਐਂਟਰਪ੍ਰੇਨਿਓਰ ਵਾਲੇ ਪਾਸੇ ਜਾਣਾ ਚਾਹੁੰਦੇ ਨੇ, ਉਹਨਾਂ ਲਈ ਖਾਸ ਅਸੀਂ ਮੁਲਾਕਾਤ ਰੱਖੀ ਹੈ। ਸਕੂਲ ਆਫ ਬਿਜ਼ਨਸ ਸਟੱਡੀਜ਼ ਜੋ ਯੂਨੀਵਰਸਿਟੀ PAU ਵਿੱਚ ਸਥਿਤ ਹੈ, ਉਹਦੇ ਪ੍ਰੋਫੈਸਰਾਂ ਦੇ ਨਾਲ ਗੱਲਬਾਤ ਕਰਾਉਣੀ ਹੈ। ਸਭ ਤੋਂ ਪਹਿਲਾਂ ਗੱਲਬਾਤ ਅਸੀਂ ਕਰਨੀ ਹੈ ਡਾਕਟਰ ਖੁਸ਼ਦੀਪ ਧਰਨੀ ਜੀ ਦੇ ਨਾਲ। ਡਾਕਟਰ ਧਰਨੀ, ਆਪ ਜੀ ਦਾ ਸਾਡੇ ਇਸ ਛੋਟੇ ਜਿਹੇ ਸਟੂਡੀਓ 'ਚ ਸਵਾਗਤ ਹੈ ਜੀ। ਧੰਨਵਾਦ। ਡਾਕਟਰ ਧਰਨੀ, ਸਭ ਤੋਂ ਪਹਿਲਾਂ ਤਾਂ ਗੱਲ ਆਪਾਂ ਇੱਥੋਂ ਸ਼ੁਰੂਆਤ ਕਰਦੇ ਹਾਂ। ਤੁਸੀਂ ਐਂਟਰਪ੍ਰੇਨਿਓਰ, ਇਹ ਇੱਕ ਨਵਾਂ ਸ਼ਬਦ ਹੈ, ਚਲੋ ਆਪਣੇ ਪ੍ਰੋਫੈਸਰ ਦੇ ਲਈ ਤਾਂ ਵੀ ਸੁਣਨ ਨੂੰ ਕਾਫੀ ਹੁੰਦਾ ਵਾ। ਉਦਮੀਕਰਨ ਆਪਾਂ ਗੱਲ ਕਰਦੇ ਹਾਂ, ਇਹਦਾ ਐਂਟਰਪ੍ਰੇਨਿਓਰ ਉਦਮੀਕਰਨ, ਇਹਦਾ ਮਤਲਬ ਕੀ ਹੈ ਜੀ? ਹਾਂਜੀ ਡਾਕਟਰ ਸਾਹਿਬ, ਇਹਦੇ 'ਚ ਦੇਖੋ ਕਿ ਜਿਹੜਾ ਬੰਦਾ ਕੋਈ ਲੀਕ ਤੋਂ ਹਟ ਕੇ ਨਵਾਂ ਕੰਮ ਕਰਦਾ ਹੈ ਉਹਨੂੰ ਆਪਾਂ ਉਦਮੀ ਕਹਿ ਦਿੰਦੇ ਹਾਂ। ਜੀ। ਤੇ ਆਪਾਂ ਕਹਿੰਦੇ ਵੀ ਜਦੋਂ ਨਵਾਂ ਕੋਈ ਉਦਮ ਕਰਨਾ, ਕੋਈ ਨਵਾਂ ਕੰਮ ਕਰਨਾ ਹੈ, ਜਿਹੜੇ ਕਿ ਅਸੀਂ ਸਾਡੇ ਜਿਹੜੇ ਰੋਜ਼ਾਨਾ ਦੇ ਕੰਮ ਨੇ ਜਾਂ ਆਮ ਕੰਮ ਤੋਂ ਕੋਈ ਫਰਕ ਹੋਵੇ, ਤਾਂ ਜਦੋਂ ਆਪਾਂ ਨਵਾਂ ਕੰਮ ਕਹਿੰਦੇ ਆਪਾਂ ਕਹਿੰਦੇ ਕਿ ਬੰਦੇ ਨੇ ਨਵਾਂ ਉਦਮ ਕੀਤਾ ਹੈ। ਜੀ। ਤੇ ਜਿਹੜੀ ਪ੍ਰਕਿਰਿਆ ਨਵਾਂ ਕੰਮ ਸ਼ੁਰੂ ਕਰਨ ਦੀ, ਕਿ ਸ਼ੁਰੂਆਤ ਤੋਂ ਲੈ ਕੇ ਉਹਦੇ ਆਈਡੀਏ ਤੋਂ ਲੈ ਕੇ ਉਹਦੇ ਲਈ ਆਪਾਂ ਜਿਹੜੇ ਸੰਸਾਧਨ ਜਟਾਉਣੇ ਨੇ, ਉਹਨੂੰ ਆਪਾਂ ਕੰਮ ਨੂੰ ਨੇਪਰੇ ਚਾੜਨੇ, ਜਿਹੜੀ ਸਾਰੀ ਪ੍ਰਕਿਰਿਆ ਨੂੰ ਆਪਾਂ ਉਦਮੀਕਰਨ ਕਹਿ ਦਿੰਦੇ ਹਾਂ। ਜੀ। ਤੇ ਜੇ ਆਪਾਂ ਖੇਤੀ ਵਪਾਰ ਦੇ ਵਿਸ਼ੇ ਦੇ ਵਿੱਚ ਗੱਲ ਕਰੀ, ਕਿ ਸਾਨੂੰ ਆਪਾਂ ਪਤਾ ਹੈ ਕਿ ਅੱਜ ਕੱਲ੍ਹ ਨਿਰਾਪੁਰਾ ਖੇਤੀ ਤੇ ਆਪਾਂ ਨਿਰਭਰ ਨਹੀਂ ਰਹਿ ਸਕਦੇ। ਜੇਕਰ ਆਪਾਂ ਆਮਦਨ ਦੇ ਵਿੱਚ ਇਜ਼ਾਫਾ ਕਰਨਾ ਹੈ ਤਾਂ ਸਾਨੂੰ ਜ਼ਰੂਰਤ ਹੈ ਕਿ ਆਪਾਂ ਕੋਈ ਉਦਮ ਕਰੀਏ। ਇਹ ਉਦਮ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ, ਜਿਵੇਂ ਕਿ ਆਪਾਂ ਸਹਾਇਕ ਧੰਦਿਆਂ ਦੀ ਗੱਲ ਕਰੀਏ ਕਿ ਖੇਤੀ ਨਾਲ ਆਪਾਂ ਜੁੜੇ ਸਹਾਇਕ ਧੰਦੇ ਅਪਣਾ ਸਕਦੇ ਹਾਂ। ਚਾਹੇ ਆਪਾਂ ਮੱਖੀਆਂ ਦੀ ਗੱਲ ਕਰੀਏ, ਚਾਹੇ ਖੁੰਭਾਂ ਦੀ ਕਾਸ਼ਤ ਦੀ ਗੱਲ ਕਰੀਏ, ਸਬਜ਼ੀਆਂ ਦੀ ਕਾਸ਼ਤ ਦੀ ਗੱਲ ਕਰੀਏ, ਜਾਂ ਜਿਹੜੀਆਂ ਸਾਡੀ ਖੇਤੀ ਜਿਨਸਾਂ ਹੈਗੀਆਂ ਉਹਨਾਂ ਦੀ ਆਪਾਂ ਅੱਗੇ ਪ੍ਰੋਸੈਸਿੰਗ ਦੀ ਗੱਲ ਕਰੀਏ, ਉਹਨਾਂ ਦੀ ਪੈਕੇਜਿੰਗ ਦੀ ਗੱਲ ਕਰੀਏ, ਤਾਂ ਜਦੋਂ ਵੀ ਆਪਾਂ ਕੋਈ ਲੀਕ ਤੋਂ ਹਟ ਕੇ ਨਵਾਂ ਕੰਮ ਸ਼ੁਰੂ ਕਰਦੇ ਹਾਂ ਉਹਨੂੰ ਆਪਾਂ ਉਦਮ ਕਹਿ ਦਿੰਦੇ ਹਾਂ। ਤੇ ਕੰਮ ਕਰਨ ਦੀ ਪ੍ਰਕਿਰਿਆ ਨੂੰ ਆਪਾਂ ਉਦਮੀਕਰਨ ਕਹਿ ਦਿੰਦੇ ਹਾਂ। ਡਾਕਟਰ ਸਾਹਿਬ, ਚਲੋ ਗੱਲਾਂ 'ਚੋਂ ਗੱਲ ਨਿਕਲਦੀ, ਤੁਸੀਂ ਜਿਵੇਂ ਛੋਟੇ ਛੋਟੇ ਵੀ ਸਹਾਇਕ ਕਿੱਤੇ ਜਿਨ੍ਹਾਂ ਦੇ ਸਿਖਲਾਈਆਂ ਯੂਨੀਵਰਸਿਟੀ 'ਚ ਪ੍ਰਦਾਨ ਕੀਤੀਆਂ ਜਾਂਦੀਆਂ, ਇਹਨਾਂ ਨੂੰ ਅਸੀਂ ਐਂਟਰਪ੍ਰੇਨਿਓਰ ਉਦਮੀਕਰਨ ਵਾਲੇ ਪਾਸੇ ਵੀ ਤੋਰ ਸਕਦੇ ਹਾਂ। ਇਹ ਡਾਕਟਰ ਸਾਹਿਬ, ਤੁਹਾਨੂੰ ਕੀ ਲੱਗਦਾ ਇਹਦੀ ਅਜੋਕੇ ਸਮੇਂ ਦੇ ਵਿੱਚ ਮਹੱਤਤਾ ਕਿੰਨੀ ਕੁ ਇਸ ਵੇਲੇ ਆਪਾਂ ਜੇ ਕਹੀਏ ਤਾਂ? ਜੀ, ਜਿਵੇਂ ਪੰਜਾਬੀ ਦੇ ਵਿੱਚ ਇੱਕ ਆਪਣੀ ਕਹਾਵਤ ਹੈ ਵੀ ਉਦਮ ਅੱਗੇ ਲੱਛਮੀ ਤੇ ਪੱਖੇ ਅੱਗੇ ਪਾਉਣ। ਜੀ। ਜੇ ਆਪਾਂ ਆਮਦਨ ਦੇ ਵਿੱਚ ਆਪਣੇ ਇਜ਼ਾਫਾ ਕਰਨਾ ਹੈ ਤਾਂ ਸਾਨੂੰ ਚਾਹੀਦਾ ਕਿ ਆਪਾਂ ਕੋਈ ਨਾ ਕੋਈ ਨਵਾਂ ਉਦਮ ਸ਼ੁਰੂ ਕਰੀਏ। ਜੇ ਆਪਾਂ ਖੇਤੀ ਦੀ ਗੱਲ ਕਰੀਏ, ਖੇਤੀ ਦੇ ਵਿੱਚ ਇੱਕ ਸਾਡੀਆਂ ਹੋਰ ਸਮੱਸਿਆਵਾਂ ਤਾਂ ਬਹੁਤ ਨੇ। ਇੱਕ ਜਿਹੜੀ ਮੋਟੀ ਸਮੱਸਿਆ ਮੁੱਢਲੇ ਤੌਰ ਤੇ ਇਹ ਹੈ ਕਿ ਜੇ ਆਪਾਂ ਨਿਰੀਪੁਰੀ ਖੇਤੀ ਦੀ ਗੱਲ ਕਰੀਏ, ਖੇਤੀ ਦੇ ਵਿੱਚ ਜਿਹੜੀ ਆਮਦਨ ਛਮਾਹੀ ਹੈ ਤੇ ਖਰਚੇ ਸਾਡੇ ਰੋਜ਼ਾਨਾ ਦੇ ਨੇ। ਜੀ ਜੀ ਜੀ। ਜਦੋਂ ਸਾਡੇ ਹਾਲਾਤ ਹੁੰਦੇ ਨੇ ਕਿ ਸਾਡੀ ਆਮਦਨ 6 ਮਹੀਨੇ ਬਾਅਦ ਆਉਣੀ ਹੈ ਤੇ ਖਰਚੇ ਸਾਡੇ ਰੋਜ਼ ਦੇ ਨੇ, ਤਾਂ ਕੋਈ ਬੰਦਾ ਕਿੰਨਾ ਹੀ ਪੜ੍ਹਿਆ ਲਿਖਿਆ ਹੋਵੇ, ਕਿੰਨਾ ਹੀ ਸਿਆਣਾ ਹੋਵੇ, ਤਾਂ ਜਿਹੜੇ ਸਾਡੇ ਆਮਦਨ ਤੇ ਖਰਚ ਦੇ ਵਿੱਚ ਤਾਲਮੇਲ ਬਿਠਾਉਣਾ ਸਾਨੂੰ ਔਖਾ ਹੋ ਜਾਂਦਾ ਹੈ। ਠੀਕ ਹੈ ਜੀ। ਤੇ ਜੇ ਆਪਾਂ ਕੋਈ ਹੀਲਾ ਵਸੀਲਾ ਕਰੀਏ ਕਿ ਕਿਸੇ ਢੰਗ ਨਾਲ ਜਿਹੜੀ ਸਾਡੀ ਆਮਦਨ ਹੈ ਉਹ ਵੀ ਨਿਯਮਿਤ ਰੂਪ ਦੇ ਵਿੱਚ ਆਉਣ ਲੱਗ ਜੇ, ਤਾਂ ਸਾਡੇ ਖਰਚੇ ਵੀ ਸਾਡੇ ਨਿਯਮਿਤ ਰੋਜ਼ਾਨਾ ਹੁੰਦੇ ਨੇ। ਤੇ ਆਪਾਂ ਕੋਈ ਇਸ ਤਰ੍ਹਾਂ ਦਾ ਕੰਮ ਕਰੀਏ ਕਿ ਸਾਨੂੰ ਆਮਦਨ ਵੀ ਰੈਗੂਲਰ ਹੋਣ ਲੱਗ ਜੇ, ਨਿਯਮਿਤ ਤੌਰ ਤੇ ਹੋਣ ਲੱਗ ਜੇ, ਤਾਂ ਉਦਮੀਕਰਨ ਇੱਕ ਬਹੁਤ ਵਧੀਆ ਜ਼ਰੀਆ ਹੈ ਜਿਸ ਨਾਲ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਆਪਣੀ ਆਮਦਨ ਨੂੰ ਨਿਯਮਿਤ ਕਰ ਸਕਦੇ ਨੇ। ਤੇ ਜਦੋਂ ਨਿਯਮਿਤ ਆਮਦਨ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਸਾਡਾ ਤਾਲਮੇਲ ਖਰਚਿਆਂ ਨਾਲ ਬਿਠਾਉਣਾ ਸੌਖਾ ਹੋ ਜਾਂਦਾ। ਹਾਂ, ਸੋ ਵੀਰੋ ਦੇਖੋ, ਇਹ ਸ਼ਬਦ ਜੇ ਕਹੀਏ ਓਪਰਾ ਸ਼ਬਦ ਨਹੀਂ ਹੈ, ਇਹ ਤੁਹਾਡੇ ਨੇੜੇ ਤੇੜੇ ਜੋ ਤੁਹਾਡੇ ਕਾਰ ਵਿਹਾਰ ਨੇ ਉਹਨਾਂ ਦਾ ਹੀ ਇੱਕ ਆਪਾਂ ਜੇ ਕਿ ਸਾਇੰਟੀਫਿਕ ਸ਼ਬਦ ਹੈ ਉਦਮੀਕਰਨ, ਐਂਟਰਪ੍ਰੇਨਿਓਰਸ਼ਿਪ। ਜੀ ਆਪਾਂ ਗੱਲ ਕਰੀਏ, ਤੁਸੀਂ ਉਹ ਕੰਮ ਕਰਦੇ ਹੋ, ਸਿਰਫ ਉਹਨੂੰ ਇੱਕ ਸ਼ੇਪ ਦੀ, ਇੱਕ ਰੂਪ ਰੇਖਾ ਦੇਣ ਦੀ ਲੋੜ ਆ। ਡਾਕਟਰ ਸਾਹਿਬ, ਮੈਂ ਕਿਉਂਕਿ ਖਾਸ ਕਰਕੇ ਅੱਜ ਦਾ ਜੋ ਪ੍ਰੋਗਰਾਮ ਹੈ ਅਸੀਂ ਨੌਜਵਾਨਾਂ ਦੇ ਅਸੀਂ ਫੋਕਸ ਕੀਤਾ, ਜਾਂ ਜਿਹੜੇ ਕਿਸਾਨ ਵੀਰ ਸਾਡੇ ਖਾਸ ਕਰਕੇ ਵੀ ਚਾਹੁੰਦੇ ਨੇ ਵੀ ਇਸ ਪਾਸੇ ਤੁਰੇ ਜਾਵੇ। ਬੜਾ ਛੋਟਾ ਸਵਾਲ ਆ ਪਰ ਬੜਾ ਵਧੀਆ ਸਵਾਲ ਮੈਨੂੰ ਐਂ ਲੱਗਦਾ ਵੀ ਇੱਕ ਚੰਗੇ ਉਦਮੀਕਰਨ ਦੇ ਲਈ ਆਪਾਂ ਸ਼ੁਰੂਆਤ ਜੇ ਕਰਨੀ ਹੋਵੇ, ਉਹਦੇ ਕੀ ਬੇਸਿਕ ਗੁਣ ਹੋਣੇ ਚਾਹੀਦੇ, ਕੀ ਉਹਦੇ ਪੈਰਾਮੀਟਰ ਕੀ ਹੈ, ਸੰਵਿਧਾਨ ਕੀ ਹੈ ਜੀ? ਨਹੀਂ, ਬੜਾ ਵਧੀਆ ਸਵਾਲ ਹੈ ਕਿ ਉਦਮੀ ਦੇ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਨੇ। ਹਾਂਜੀ। ਤਾਂ ਸਾਨੂੰ ਪਹਿਲੀ ਜਿਹੜੀ ਗੱਲ ਹੈ ਕਿ ਜੇ ਆਪਾਂ ਕੋਈ ਨਵਾਂ ਉਦਮ ਕਰਨਾ ਹੈ, ਕੋਈ ਨਵਾਂ ਕੰਮ ਸ਼ੁਰੂ ਕਰਨਾ ਹੈ, ਤਾਂ ਬੰਦੇ ਦੇ ਅੰਦਰ ਜਜ਼ਬਾ ਹੋਣਾ ਬਹੁਤ ਜ਼ਰੂਰੀ ਹੈ। ਜੀ ਜੀ ਜੀ। ਤਾਂ ਭਾਈ ਵੀਰ ਸਿੰਘ ਨੇ ਇੱਕ ਕਵਿਤਾ ਲਿਖੀ ਹੈ, ਇੱਛਾ ਬਲ ਤੇ ਡੂੰਘੀਆਂ ਸ਼ਾਮਾਂ। ਉਹਦੇ 'ਚ ਲਿਖਦੇ ਨੇ ਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪਏ ਬਹਿੰਦੇ। ਵਾਹ ਡਾਕਟਰ ਸਾਹਿਬ, ਬਹੁਤ ਅੱਛੇ। ਜਿਹੜੇ ਬੰਦੇ ਦੇ ਵਿੱਚ ਇਸ ਤਰ੍ਹਾਂ ਦਾ ਜਜ਼ਬਾ ਹੈ, ਮੈਂ ਕੁਝ ਕਰਕੇ ਦਿਖਾਉਣਾ ਹੈ, ਜਿੰਨਾ ਚਿਰ ਸਾਡੇ ਅੰਦਰੋਂ ਉਬਾਲ ਨਹੀਂ ਉੱਠਦਾ ਉਹਨਾਂ ਚਿਰ ਆਪਾਂ ਨਵਾਂ ਉਦਮ, ਨਵਾਂ ਕੰਮ ਆਪਾਂ ਸ਼ੁਰੂ ਨਹੀਂ ਕਰ ਸਕਦੇ। ਜੀ। ਤੇ ਉਦੋਂ ਬਾਅਦ ਜਿਹੜੀ ਗੱਲ ਆ ਜਾਂਦੀ ਹੈ ਕਿ
ਜਿਵੇਂ ਪੰਜਾਬੀ ਚ ਆਪਾਂ ਕਹਿੰਦੇ ਵੀ ਰਾਹ ਪਏ ਜਾਣੀ ਜਾਂ ਵਾਹ ਪਏ ਜਾਣੀ ਹੈ, ਜਿੰਨਾ ਚਿਰ ਸਾਡੇ ਕੋਲ ਨਵੇਂ ਕੰਮ ਬਾਰੇ ਜਿਹੜਾ ਵੀ ਆਪਾਂ ਕੰਮ ਚੁਣਿਆ ਹੈ ਉਹਦੇ ਬਾਰੇ ਸਾਡੇ ਕੋਲ ਜਾਣਕਾਰੀ ਨਹੀਂ ਹੈ ਤਾਂ ਜਾਣਕਾਰੀ ਦੇ ਬਿਨਾਂ ਨਵਾਂ ਕੰਮ ਨਹੀਂ ਸ਼ੁਰੂ ਕਰਨਾ ਚਾਹੀਦਾ ਜੀ। ਤਾਂ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਜੇ ਮੈਂ ਜਾਣਕਾਰੀ ਲੈਣੀ ਹੈ ਤਾਂ ਉਹਦੇ ਵਿੱਚ ਜਿਹੜੀ ਸਿੱਖਣ ਸ਼ਕਤੀ ਹੈ ਕਿਸੇ ਬੰਦੇ ਦੀ ਉਹ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਜਿਵੇਂ ਨਵਾਂ ਕੋਈ ਧਾਰਨਾ ਸਿੱਖਣੀ ਹੈ, ਕੋਈ ਨਵਾਂ ਕੰਮ ਸਿੱਖਣਾ, ਕੋਈ ਨਵੀਂ ਤਕਨੀਕ ਸਿੱਖਣੀ ਹੈ ਤਾਂ ਮੇਰੀ ਸਿੱਖਣ ਸ਼ਕਤੀ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ। ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਸਿਖਲਾਈ ਕੋਰਸ ਹੈਗੇ ਨੇ ਤੇ ਉਹ ਜਿਹੜੇ ਬੰਦੇ 'ਚ ਸਿੱਖਣ ਸ਼ਕਤੀ ਹੈ ਉਹ ਵਧੀਆ ਉਦਮੀ ਬਣ ਸਕਦਾ ਹੈ। ਤੇ ਉਸ ਤੋਂ ਬਾਅਦ ਆ ਜਾਂਦੀ ਹੈ ਗੱਲ ਕਿ ਜਿਹੜੇ ਸੰਸਾਧਨ ਨੇ ਉਹ ਜਟਾਉਣੇ ਤੇ ਜਿਹੜੇ ਕੰਮ ਦੇ ਮਹੀਨ ਨੁਕਤੇ ਨੇ ਉਹ ਸਿੱਖਣੇ। ਤਾਂ ਜਿਹੜਾ ਬੰਦੇ ਦੇ ਵਿੱਚ ਜਜ਼ਬਾ ਹੈ ਤੇ ਜਿਹੜੇ ਬੰਦੇ ਵਿੱਚ ਸਿੱਖਣ ਸ਼ਕਤੀ ਹੈ ਉਹ ਇੱਕ ਵਧੀਆ ਉਦਮੀ ਬਣ ਸਕਦਾ ਹੈ। ਵਾਹ ਜੀ ਵਾਹ ਡਾਕਟਰ ਸਾਹਿਬ, ਬੜੇ ਤੁਸੀਂ ਸੌਖੇ ਤਰੀਕੇ ਦੇ ਨਾਲ ਵਿਗਿਆਨ ਨੂੰ ਤੁਸੀਂ ਸਰਲ ਭਾਸ਼ਾ 'ਚ ਉਧੇੜ ਰਹੇ ਹੋ। ਤੇ ਡਾਕਟਰ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਵੀ ਇੱਕ ਸਿਰਫ ਜਜ਼ਬਾ ਚਾਹੀਦਾ ਹੈ, ਜਜ਼ਬੇ ਦੇ ਬਾਅਦ ਉਸ ਤੋਂ ਬਾਅਦ ਹੱਥ 'ਚ ਫੜ ਲਿਆ ਯੂਨੀਵਰਸਿਟੀ ਨੇ ਸਿਖਲਾਈਆਂ ਦੇਣ ਦਾ ਜ਼ਿੰਮੇਵਾਰੀ ਜੀ ਇਹਨਾਂ ਨੇ ਲੈ ਲਈ ਤੇ ਤੁਸੀਂ ਇੱਥੇ ਸਿਖਲਾਈਆਂ ਪ੍ਰਾਪਤ ਕਰ ਸਕਦੇ ਹੋ ਜੀ। ਤੇ ਡਾਕਟਰ ਸਾਹਿਬ ਇਹ ਮਾੜਾ ਜਿਹਾ ਇੱਕ ਚੀਜ਼ ਦੱਸਿਓ, ਇਹਦੇ ਵਿੱਚ ਮੰਡੀਕਰਨ ਦਾ ਕਿੰਨਾ ਕੁ ਯੋਗਦਾਨ ਹੈ ਜੀ? ਅੱਜ ਮੰਡੀਕਰਨ ਦਾ ਉਦਮ ਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਹੈ, ਕਿਉਂਕਿ ਜਦੋਂ ਅਸੀਂ ਆਮ ਜਿਹੜੇ ਸਾਡੇ ਖੇਤੀ ਵਪਾਰ ਉਦਮੀ ਨੇ ਜਿਹਨਾਂ ਅਸੀਂ ਐਗਰੀਪ੍ਰੈਨਿਓਰ ਕਹਿ ਦਿੰਦੇ ਹਾਂ ਉਹਨਾਂ ਨਾਲ ਗੱਲ ਕਰਦੇ ਹਾਂ ਤਾਂ ਉਹ ਹਮੇਸ਼ਾ ਕਹਿੰਦੇ ਨੇ ਕਿ ਸਾਨੂੰ ਮੰਡੀਕਰਨ ਦੇ ਵਿੱਚ ਸਮੱਸਿਆ ਆਉਂਦੀ ਹੈ। ਠੀਕ ਹੈ ਜੀ। ਵੈਸੇ ਤਾਂ ਜੇ ਮੈਂ ਆਪਣਾ ਵਪਾਰ ਪ੍ਰਬੰਧ ਵਧੀਆ ਚਲਾਉਣਾ ਹੈ, ਮੇਰੇ ਪ੍ਰਬੰਧ ਦੇ ਸਾਰੇ ਪੱਖ ਮਜ਼ਬੂਤ ਹੋਣੇ ਜ਼ਰੂਰੀ ਨੇ, ਜਿਵੇਂ ਕਿ ਉਤਪਾਦਨ ਪ੍ਰਬੰਧ ਹੋ ਗਿਆ, ਖਰੀਦ ਪ੍ਰਬੰਧ ਹੋ ਗਿਆ, ਸਮੱਗਰੀ ਪ੍ਰਬੰਧ ਹੋ ਗਿਆ, ਇਹ ਤੋਂ ਇਲਾਵਾ ਭੰਡਾਰਨ ਪ੍ਰਬੰਧ ਹੋ ਗਿਆ, ਵਿੱਤੀ ਪ੍ਰਬੰਧ ਹੋ ਗਿਆ ਤੇ ਨਾਲ ਹੀ ਮੰਡੀਕਰਨ ਪ੍ਰਬੰਧ। ਕਿਉਂਕਿ ਜਿਹੜਾ ਇੱਕ ਸਾਡਾ ਪ੍ਰਬੰਧ ਹੈ ਉਹ ਸੰਗਲ ਦੀਆਂ ਕੜੀਆਂ ਵਾਂਗੂ ਹੁੰਦਾ ਹੈ। ਆਪਾਂ ਕਹਿੰਦੇ ਸੰਗਲ ਦੀ ਇੱਕ ਵੀ ਕੜੀ ਜੇ ਕਮਜ਼ੋਰ ਹੈ, ਜੇ ਨਾ ਪੂਰਾ ਸੰਗਲ ਹੈ ਉਹਦੀ ਸ਼ਕਤੀ ਘਟ ਜਾਂਦੀ ਹੈ। ਇਸੇ ਤਰ੍ਹਾਂ ਇੱਕ ਵੀ ਤਰ੍ਹਾਂ ਦਾ ਸਾਡਾ ਜਿਹੜਾ ਪ੍ਰਬੰਧ ਹੈ ਉਹ ਕਮਜ਼ੋਰ ਹੈ ਜੀ ਤਾਂ ਪੂਰੇ ਦਾ ਪੂਰਾ ਕੰਮ ਥੱਲੇ ਬੈਠ ਜਾਂਦਾ ਹੈ। ਤਾਂ ਸਾਨੂੰ ਇਹ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਮੰਡੀਕਰਨ ਪ੍ਰਬੰਧ ਦੇ ਨਾਲ ਨਾਲ ਸਾਡੇ ਜਿਹੜੇ ਬਾਕੀ ਪ੍ਰਬੰਧ ਨੇ ਉਹ ਵੀ ਮਜ਼ਬੂਤ ਹੋਣੇ ਚਾਹੀਦੇ ਨੇ। ਪਰ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਮੰਡੀਕਰਨ ਪ੍ਰਬੰਧ ਦੇ ਵਿੱਚ ਜਿਹੜੇ ਸਾਡੇ ਖੇਤੀ ਵਪਾਰ ਉਦਮੀ ਨੇ ਉਹਨਾਂ ਨੂੰ ਜ਼ਿਆਦਾ ਸਮੱਸਿਆ ਆਉਂਦੀ ਹੈ। ਤਾਂ ਮੰਡੀਕਰਨ ਪ੍ਰਬੰਧ ਦੇ ਵਿੱਚ ਕੀ ਹੈ ਕਿ ਸਾਨੂੰ ਇਹਦੀ ਧਾਰਨਾ ਸਮਝਣੀ ਪਊਗੀ। ਮੰਡੀਕਰਨ ਪ੍ਰਬੰਧ ਮੰਡੀ ਤੋਂ ਸ਼ੁਰੂ ਹੁੰਦਾ ਹੈ, ਮੰਡੀ ਤੇ ਜਾ ਕੇ ਖਤਮ ਹੁੰਦਾ ਹੈ ਜੀ। ਮੰਡੀਕਰਨ ਦੇ ਵਿੱਚ ਸਭ ਨਾਲੋਂ ਪਹਿਲਾਂ ਅਸੀਂ ਮੰਡੀ ਦੇ ਵਿੱਚ ਵਿਚਰਦੇ ਹਾਂ, ਅਸੀਂ ਘੋਖਦੇ ਹਾਂ ਤੇ ਅਸੀਂ ਇਹ ਗੱਲ ਦਾ ਜਾਇਜ਼ਾ ਲੈਂਦੇ ਹਾਂ ਕਿ ਕਿਹੜੇ ਬੰਦੇ ਨੇ, ਕਿਹੜੇ ਖਪਤਕਾਰ ਵਰਗ ਨੂੰ ਅਸੀਂ ਆਪਣੀ ਚੀਜ਼ ਵੇਚਣੀ ਹੈ। ਠੀਕ ਹੈ ਜੀ। ਜਿਵੇਂ ਆਪਾਂ ਕਹਿੰਦੇ ਕਿ ਹੱਥਾਂ ਦੀਆਂ ਉਂਗਲਾਂ ਆਪਣੀ ਇੱਕਸਾਰ ਨਹੀਂ ਹੁੰਦੀਆਂ, ਇਸੇ ਤਰ੍ਹਾਂ ਮੰਡੀ ਦੇ ਵਿੱਚ ਖਪਤਕਾਰ ਵੀ ਇੱਕੋ ਜਿਹੇ ਨਹੀਂ ਹੁੰਦੇ। ਕਿਸੇ ਕੋਲ ਪੈਸੇ ਵੱਧ ਨੇ, ਕਿਸੇ ਕੋਲ ਘੱਟ ਨੇ, ਕੋਈ ਜ਼ਿਆਦਾ ਪੜ੍ਹਿਆ ਲਿਖਿਆ, ਕੋਈ ਘੱਟ ਪੜ੍ਹਿਆ ਲਿਖਿਆ, ਕੋਈ ਸ਼ਹਿਰ 'ਚ ਰਹਿੰਦਾ, ਕੋਈ ਪਿੰਡ 'ਚ ਰਹਿੰਦਾ। ਤਾਂ ਖਪਤਕਾਰ ਦੀ ਪਹਿਚਾਣ ਕਰਕੇ ਉਹਦੀਆਂ ਲੋੜਾਂ ਨੂੰ ਪੜ੍ਹ ਕੇ ਆਪਾਂ ਉਹਨਾਂ ਦੇ ਮੁਤਾਬਕ ਕੋਈ ਨਾ ਕੋਈ ਵਸਤੂ ਜਾਂ ਸੇਵਾ ਤਿਆਰ ਕਰਦੇ ਹਾਂ। ਠੀਕ ਹੈ ਜੀ। ਫਿਰ ਉਹਨਾਂ ਤੱਕ ਇਹ ਗੱਲ ਦਾ ਸੁਨੇਹਾ ਦਿੰਦੇ ਹਾਂ ਕਿ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਵਾਜਬ ਮੁੱਲ ਤੇ ਸਾਡੇ ਕੋਲ ਮੁਹੱਈਆ ਹੈ, ਤਾਂ ਚਾਹੇ ਮੈਂ ਉਹਨਾਂ ਨੂੰ ਜਾ ਕੇ ਦੇ ਦਾਂ ਜਾਂ ਉਹ ਆ ਕੇ ਮੇਰੇ ਤੋਂ ਚੀਜ਼ ਲੈ ਲੈਣ। ਤਾਂ ਮੰਡੀਕਰਨ ਦੀ ਪ੍ਰਕਿਰਿਆ ਮੰਡੀ ਤੇ ਸ਼ੁਰੂ ਹੁੰਦੀ ਹੈ ਤੇ ਮੰਡੀ ਤੇ ਜਾ ਕੇ ਖਤਮ ਹੁੰਦੀ ਹੈ। ਆਮ ਤੌਰ 'ਤੇ ਜਿਹੜੇ ਸਾਡੇ ਖੇਤੀ ਵਪਾਰ ਉਦਮੀ ਨੇ ਉਹਨਾਂ ਦੇ ਵਿੱਚ ਸਮੱਸਿਆ ਕੀ ਆਉਂਦੀ ਹੈ ਕਿ ਅਸੀਂ ਕੋਈ ਚੀਜ਼ ਪਹਿਲਾਂ ਬਣਾ ਲੈਂਦੇ ਹਾਂ, ਫਿਰ ਅਸੀਂ ਸੋਚਦੇ ਹਾਂ ਕਿ ਕਿਹੜੇ ਬੰਦੇ ਜਿਹੜੀ ਸਾਡੀ ਚੀਜ਼ ਖਰੀਦਣਗੇ ਜੀ। ਤਾਂ ਇਹ ਜਿਹੜੀ ਧਾਰਨਾ ਮੰਡੀਕਰਨ ਦੀ ਧਾਰਨਾ ਤੋਂ ਬਿਲਕੁਲ ਉਲਟ ਹੈ। ਮੰਡੀਕਰਨ ਦੇ ਵਿੱਚ ਸਾਨੂੰ ਚੀਜ਼ਾਂ ਦੀ ਜਿਹੜੀ ਪੈਕੇਜਿੰਗ ਹੈ, ਉਹਦੀ ਬ੍ਰਾਂਡਿੰਗ ਜਿਹਨੂੰ ਆਪਾਂ ਮਾਰਕਾ ਕਹਿ ਦਿੰਦੇ ਹਾਂ, ਉਹਦੇ ਬਾਰੇ ਖਿਆਲ ਰੱਖਣਾ ਸਾਡਾ ਜ਼ਰੂਰੀ ਹੈ। ਤੇ ਮੰਡੀਕਰਨ ਦੇ ਜਿਹੜੇ 4 ਨੁਕਤੇ ਨੇ, ਇੱਕ ਵਸਤੂ, ਕੀਮਤ, ਥਾਂ ਤੇ ਪ੍ਰਚਾਰ ਜੀ। ਪ੍ਰੋਡਕਟ, ਪ੍ਰਾਈਸ, ਪਲੇਸ ਤੇ ਪ੍ਰੋਮੋਸ਼ਨ, ਜਿਹੜੀਆਂ 4 ਚੀਜ਼ਾਂ ਨੇ ਸਾਨੂੰ ਇਹਦੇ ਤਰਜੀਹ ਦੇਣੀ ਪੈਂਦੀ ਹੈ। ਜਿਹੜੀ ਅਸੀਂ ਵਸਤੂ ਦੀ ਗੱਲ ਕਰਦੇ ਹਾਂ ਕਿ ਵਸਤੂ ਦੀ ਗੁਣਵੱਤਾ ਵਧੀਆ ਹੋਣੀ ਚਾਹੀਦੀ ਹੈ, ਉਹਦੀ ਦਿੱਖ ਵਧੀਆ ਹੋਣੀ ਚਾਹੀਦੀ, ਉਹਦੀ ਪੇਸ਼ਕਾਰੀ ਵਧੀਆ ਹੋਣੀ ਚਾਹੀਦੀ ਹੈ, ਉਹਦੀ ਪੈਕੇਜਿੰਗ ਵਧੀਆ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਕੀਮਤ ਦੀ ਗੱਲ ਕਰੀਏ ਕਿ ਸਾਨੂੰ ਜੇ ਲਾਗਤ ਦਾ ਆਪਣੇ ਅੰਦਾਜ਼ਾ ਹੈ ਤਾਂ ਮੰਡੀ ਦੇ ਹਿਸਾਬ ਨਾਲ ਉਹਦੀ ਕੀਮਤ ਨਿਸ਼ਚਿਤ ਕਰਨੀ ਚਾਹੀਦੀ ਹੈ। ਸਿੱਧੇ ਤੌਰ ਤੇ ਵੇਚਣਾ ਮੰਡੀ 'ਚ ਜਾ ਕੇ ਜਾਂ ਕਿਸੇ ਵਿਚੌਲੀਏ ਰਾਹੀਂ ਵੇਚਣਾ, ਇਹਨੂੰ ਆਪਾਂ ਥਾਂ 'ਚ ਲੈ ਲੈਂਦੇ ਹਾਂ। ਤੇ ਅਸੀਂ ਇਸੇ ਗੱਲ ਦੀ ਸਿਫਾਰਿਸ਼ ਕਰਦੇ ਹਾਂ ਕਿ ਸ਼ੁਰੂਆਤੀ ਦੌਰ ਦੇ ਵਿੱਚ ਅਸੀਂ ਬਿਜ਼ਨਸ ਕਰਦੇ ਹਾਂ, ਕੋਈ ਵਪਾਰ ਕਰਦੇ ਹਾਂ, ਜਿੱਥੇ ਤੱਕ ਹੋ ਸਕੇ ਸਾਨੂੰ ਸਿੱਧੇ ਤੌਰ ਤੇ ਆਪ ਜਾ ਕੇ ਮੰਡੀ 'ਚ ਚੀਜ਼ ਵੇਚਣੀ ਚਾਹੀਦੀ ਹੈ। ਤੇ ਪ੍ਰਚਾਰ ਦੀ ਗੱਲ ਆ ਗਈ ਕਿ ਜਿੰਨਾ ਚਿਰ ਮੈਂ ਆਪਣੀ ਚੀਜ਼ ਦਾ ਪ੍ਰਚਾਰ ਨਹੀਂ ਕਰਦਾ, ਜਿੰਨਾ ਚਿਰ ਮੈਂ ਲੋਕਾਂ ਤੱਕ ਇਹ ਸੁਨੇਹਾ ਨਹੀਂ ਦਿੰਦਾ ਕਿ ਮੇਰੇ ਕੋਲ ਵਧੀਆ ਗੁਣਵੱਤਾ ਦੀ ਚੀਜ਼ ਵਾਜਬ ਮੁੱਲ ਤੇ ਮੁਹੱਈਆ ਹੈ, ਉਨਾ ਚਿਰ ਉਹ ਮੇਰੀ ਚੀਜ਼ ਦੀ ਖਰੀਦ ਨਹੀਂ ਕਰ ਸਕਦੇ। ਤਾਂ ਮੰਡੀਕਰਨ ਦੇ ਵਿੱਚ ਸਾਨੂੰ ਇਹ ਸਾਰੀਆਂ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਜੀ। ਬੜਾ ਖੂਬ ਡਾਕਟਰ ਸਾਹਿਬ ਦੱਸ ਰਹੇ ਨੇ, ਬੜੇ ਸੁਖਾਲੇ ਤਰੀਕੇ ਨਾਲ ਇੱਕ ਮੈਨੇਜਮੈਂਟ ਦੇ ਜੋ ਇੱਕ ਬਿਜ਼ਨਸ ਮੈਨੇਜ ਕਰਨਾ ਉਹਦੇ ਇਹ ਦੱਸ ਰਹੇ ਨੇ ਵੀ ਉਹਦੇ ਕਿਹੜੇ ਕਿਹੜੇ ਅੰਗ ਆਪਾਂ ਨੂੰ ਧਿਆਨ ਵਿੱਚ ਰੱਖਣੇ ਚਾਹੀਦੇ ਨੇ। ਡਾਕਟਰ ਸਾਹਿਬ ਮੈਂ ਸਿਰਫ ਅੱਧੇ ਮਿੰਟ ਲਈ ਬ੍ਰੇਕ ਲਵਾਂਗਾ। ਸਾਡੇ ਜਿਹੜੇ ਸਾਥੀ ਨੇ, ਬੜੀ ਸਾਡੇ ਲਈ ਖੁਸ਼ੀ ਵਾਲੀ ਗੱਲ ਹੈ, ਸਾਡੇ ਨਾਲ ਲਗਾਤਾਰ ਜੁੜਦੇ ਰਹਿੰਦੇ ਨੇ। ਸਭ ਤੋਂ ਪਹਿਲਾਂ ਮੈਂ ਵਿਕਾਸ ਖੰਨਾ ਜੀ ਦਾ ਸਵਾਗਤ ਕਰਦਾ, ਭੱਟ ਸਾਹਿਬ ਦਾ, ਜਸ ਸੰਦੀਪ ਉਹਨਾਂ ਦਾ, ਗੁਰਵਿੰਦਰ ਸੰਘਾ ਜੀ ਦਾ ਧੰਨਵਾਦ ਤੁਹਾਡਾ। ਤੁਹਾਨੂੰ ਵੀ ਗੁੱਡ ਮਾਰਨਿੰਗ ਸਾਡੇ ਵੱਲੋਂ, ਸਾਡੀ ਯੂਨੀਵਰਸਿਟੀ ਵੱਲੋਂ।
ਡਾਕਟਰ ਸਾਹਿਬ ਤੁਹਾਡੀ ਕਿਉਂਕਿ ਅਸੀਂ ਲਗਾਤਾਰ ਕੋਸ਼ਿਸ਼ ਇਹੀ ਕਰਦੇ ਰਹਿੰਦੇ ਹਾਂ ਵੀ ਹਾਂ ਵੱਧ ਤੋਂ ਵੱਧ ਕਿਸਾਨ ਵੀਰਾਂ ਨੂੰ ਨੌਜਵਾਨਾਂ ਨੂੰ ਇਸ ਬਾਰੇ ਵੀ ਜਾਗਰੂਕ ਕਰੀਏ। ਇੱਕ ਤੁਸੀਂ ਆਏ ਹੋ ਤਾਂ ਤੁਹਾਡੇ ਕੋਲ ਹੋਰ ਪਤਾ ਕਰਨਾ, ਇੱਕ ਨਵਾਂ ਕੰਸੈਪਟ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ FPO, ਕਿਉਂਕਿ ਇਹ ਵੀ ਸੇਮ ਚੀਜ਼ ਆ। ਉਹਦੇ 'ਚ ਜਿਹੜੇ ਵਿਚੋਲੀਏ ਨੇ ਉਹਨਾਂ ਨੂੰ ਕੱਢਣ ਦੇ ਲਈ, ਮੁਨਾਫਾ ਵਧਾਉਣ ਦੇ ਲਈ, ਜੋ ਇੱਕ ਕਾਸ਼ਤਕਾਰ ਹੈ ਉਹਦਾ ਮੁਨਾਫਾ ਵਧਾਉਣ ਦੇ ਲਈ ਇਹ FPO ਬਾਰੇ ਵੀ ਤੁਸੀਂ ਜ਼ਰੂਰ ਦੱਸ ਕੇ ਜਾਓ ਜੀ, ਉਹਦੀ ਗੱਲ ਵੀ ਆਪਾਂ ਜ਼ਰੂਰ ਕਰਨੀ ਹੈ ਜੀ। ਹਾਂਜੀ, ਜਿਹੜੀ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਹੈ ਜਿਹਨੂੰ ਆਪਾਂ ਕਿਸਾਨ ਉਤਪਾਦਕ ਸੰਸਥਾ ਕਹਿ ਦਿੰਦੇ ਹਾਂ, ਇੱਕ ਨਵੀਂ ਧਾਰਨਾ ਚੱਲੀ ਹੈ। ਉਹਦੇ ਵਿੱਚ ਦੇਖੋ, ਜਦੋਂ ਆਪਾਂ ਮੰਡੀ ਦੇ ਵਿੱਚ ਮੁਕਾਬਲੇ ਦੀ ਗੱਲ ਕਰਦੇ ਹਾਂ ਤਾਂ ਵਪਾਰ ਦੇ ਵਿੱਚ ਸਿੱਧੀ ਜੀ ਗੱਲ ਹੈ ਕਿ ਜਦੋਂ ਸਮਰੱਥਾ ਆਪਾਂ ਜੋੜ ਲੈਂਦੇ ਹਾਂ ਤਾਂ ਬੰਦਾ ਜ਼ਿਆਦਾ ਤਾਕਤਵਰ ਹੋ ਜਾਂਦਾ ਜੀ। ਜੇ ਆਪਾਂ ਇਕੱਲੇ ਦੁਕੱਲੇ ਕਿਸਾਨ ਦੀ ਗੱਲ ਕਰੀਏ ਤਾਂ ਉਹਦੇ ਕੋਲ ਇੰਨੇ ਸਾਧਨ ਜਾਂ ਸਮਰੱਥਾ ਨਹੀਂ ਹੁੰਦੀ ਤਾਂ ਮੰਡੀ 'ਚ ਜਾ ਕੇ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਦਾ ਮੱਥਾ ਲਾ ਸਕਦੀ ਜੀ। ਤੇ ਜਦੋਂ ਆਪਾਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੀ ਗੱਲ ਕਰਦੇ ਹਾਂ, ਇਹਦੇ 'ਚ ਇੱਕ ਤਰ੍ਹਾਂ ਦਾ ਤੁਸੀਂ ਕਹਿ ਲਓ ਕਿ ਕਿਸਾਨ ਜੁੜ ਕੇ ਆਪਣੇ ਸੰਸਾਧਨ ਜੋੜ ਲੈਂਦੇ ਨੇ। ਜਦੋਂ ਸੰਸਾਧਨ ਜੋੜ ਲੈਂਦੇ ਨੇ ਤਾਂ ਉਹਨਾਂ ਨੂੰ ਕਾਫੀ ਤਰ੍ਹਾਂ ਦੇ ਫਾਇਦੇ ਮਿਲਦੇ ਨੇ, ਨਾ ਕਿ ਖਰੀਦ ਦੇ ਵਿੱਚ ਬਲਕਿ ਚੀਜ਼ ਨੂੰ ਵੇਚਣ ਵੇਲੇ ਉਹਨਾਂ ਨੂੰ ਫਾਇਦੇ ਮਿਲਦੇ ਨੇ। ਇੱਕ ਤਾਂ ਜਦੋਂ ਆਪਾਂ ਸੰਸਾਧਨ ਜੋੜ ਲੈਂਦੇ ਹਾਂ, ਗਰੁੱਪ ਬਣਾ ਲੈਂਦੇ ਹਾਂ, ਉਹਦੇ ਵਿੱਚ ਕੀ ਹੁੰਦਾ ਹੈ ਕਿ ਸਾਨੂੰ ਜਿਹੜੀ ਚੀਜ਼ ਹੈ ਜਦੋਂ ਅਸੀਂ ਜ਼ਿਆਦਾ ਖਰੀਦਾਂਗੇ, ਜ਼ਿਆਦਾ ਮਾਤਰਾ ਦੇ ਵਿੱਚ ਖਰੀਦਾਂਗੇ ਤਾਂ ਸਾਨੂੰ ਸਸਤੀ ਪੈਂਦੀ ਹੈ, ਉਸ ਤਰ੍ਹਾਂ ਦੇ ਫਾਇਦੇ ਮਿਲਦੇ ਨੇ। ਮੁੜ ਕੇ ਜਿਹੜੀਆਂ ਸਾਡੀਆਂ ਮੰਡੀਕਰਨ ਸੰਬੰਧਿਤ ਲਾਗਤਾਂ ਹੁੰਦੀਆਂ ਨੇ, ਜਿਵੇਂ ਮੈਂ ਪੈਕੇਜਿੰਗ ਕਰਨੀ ਹੈ, ਉਹ 'ਤੇ ਮਾਰਕਾ ਲਾਉਣਾ ਹੈ, ਉਹਦੀ ਵੰਡ ਕਰਨੀ ਹੈ, ਦੂਰ ਦੁਰਾਡੇ ਇਲਾਕੇ 'ਚ ਉਹਦੀ ਮੈਂ ਢੋਆ ਢੁਆਈ ਕਰਾਉਣੀ ਹੈ, ਤਾਂ ਜਦੋਂ ਆਪਾਂ ਆਪਣੀ ਤਾਕਤ ਇਕੱਠੀ ਕਰ ਲੈਂਦੇ ਹਾਂ, ਜਦੋਂ ਆਪਾਂ ਆਪਣੀ ਉਪਜ ਇਕੱਠੀ ਕਰ ਲੈਂਦੇ ਹਾਂ, ਪ੍ਰੋਡਕਟ ਇਕੱਠੇ ਕਰ ਲੈਂਦੇ ਹਾਂ, ਤਾਂ ਇਹਨਾਂ ਲਾਗਤਾਂ ਦੇ ਵਿੱਚ ਵੀ ਕਮੀ ਆਉਂਦੀ ਹੈ। ਵਪਾਰ ਦੇ ਵਿੱਚ ਇੱਕ ਸਿੱਧਾ ਜਿਹਾ ਮੂਲ ਮੰਤਰ ਹੈ ਕਿ ਜਿਹੜਾ ਬੰਦਾ ਮੰਡੀ ਦੇ ਨੇੜੇ ਹੈ ਉਹ ਮੁਨਾਫਾ ਜ਼ਿਆਦਾ ਕਮਾਊਗਾ। ਜਿਉਂ-ਜਿਉਂ ਆਪਾਂ ਮੰਡੀ ਤੋਂ ਦੂਰ ਹੁੰਦੇ ਜਾਵਾਂਗੇ, ਜੋ ਆਪਾਂ ਆਪਣੀ ਜਿਹੜੀ ਉਪਜ ਹੈ ਉਹ ਕਿਸੇ ਵਿਚੌਲੀ ਦੇ ਹੱਥ ਦੇ ਦਿਆਂਗੇ, ਫਿਰ ਆਪਾਂ ਕਹਿੰਦੇ ਕਿ ਸਾਰੀ ਮਲਾਈ ਉਹ ਖਾ ਜਾਂਦੇ ਨੇ, ਜਿਹੜੇ ਕਿਸਾਨ ਆ ਉਹਨਾਂ ਕੋਲ ਕੁਝ ਨਹੀਂ ਬਚਦਾ। ਤਾਂ ਜਿੰਨਾ ਆਪਾਂ ਸਿੱਧੇ ਤੌਰ ਤੇ ਮੰਡੀ ਨਾਲ ਜੁੜਾਂਗੇ, ਜਿੰਨਾ ਖਪਤਕਾਰ ਦੇ ਨੇੜੇ ਜਾਵਾਂਗੇ, ਉਹਨਾਂ ਸਾਡਾ ਜਿਹੜਾ ਫਾਇਦਾ ਵਧੂਗਾ। ਤਾਂ ਜਿਹੜੀ ਸਾਡੀ ਕਿਸਾਨ ਉਤਪਾਦਕ ਸੰਸਥਾ ਦੀਆਂ ਕਈ ਕਿਸਮਾਂ ਹੋ ਸਕਦੀਆਂ ਨੇ। ਫਾਰਮਰ ਪ੍ਰੋਡਿਊਸਰ ਕੰਪਨੀ ਵੀ ਹੋ ਸਕਦੀ ਹੈ, ਕੋਆਪਰੇਟਿਵ ਸੁਸਾਇਟੀ ਵੀ ਹੋ ਸਕਦੀ ਹੈ, ਸੁਸਾਇਟੀ ਵੀ ਹੋ ਸਕਦੀ ਹੈ, ਸੈਕਸ਼ਨ 8 ਕੰਪਨੀ ਵੀ ਹੋ ਸਕਦੀ ਹੈ, ਤਾਂ ਟਰਸਟ ਵੀ ਹੁੰਦਾ ਜਿਹੜਾ ਆਪਣਾ ਇੰਡੀਅਨ ਟਰਸਟ ਐਕਟ ਹੈ, ਉਹਦੇ ਤਹਿਤ ਵੀ ਆਪਾਂ FPO ਰਜਿਸਟਰ ਕਰਾ ਸਕਦੇ ਹਾਂ। ਤਾਂ ਵੱਖੋ ਵੱਖ ਇਹਦੇ ਪ੍ਰਰੂਪ ਹੈਗੇ ਨੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਆਉਣ ਵਾਲੇ ਕਹਿ ਲਓ ਕਿ ਜਿਹੜੀਆਂ ਗਵਰਨਮੈਂਟ ਸਕੀਮਸ ਨੇ, ਸਰਕਾਰੀ ਸਕੀਮਾਂ ਨੇ, ਤਾਂ ਉਹਦੇ 'ਚ ਵੀ ਤਰਜੀਹ ਦਿੱਤੀ ਜਾਂਦੀ ਹੈ ਕਿ ਜਿਹੜੇ ਕੋਈ ਆਪਾਂ ਮਦਦ ਪਹੁੰਚਾਉਣੀ ਹੈ, ਕਿ ਮਾਲੀ ਮਦਦ ਜਾਂ ਕਿਸੇ ਹੋਰ ਤਰ੍ਹਾਂ ਦੀ ਮਦਦ ਪਹੁੰਚਾਉਣੀ ਹੈ, ਉਹ ਜਿਹੜੀਆਂ FPOs ਨੇ ਉਹਨਾਂ ਰਾਹੀਂ ਪਹੁੰਚਾਉਣੀ ਹੈ। ਤਾਂ ਅਜੋਕੇ ਸਮੇਂ ਦੇ ਆਪਾਂ ਮੱਦੇਨਜ਼ਰ ਕਿਸਾਨਾਂ ਨੂੰ ਲੋੜ ਹੈ ਕਿ ਉਹ ਜੁੜ ਕੇ FPO ਬਣਾਉਣ ਤਾਂ ਕਿ ਅਸੀਂ ਮੰਡੀ ਨਾਲ ਸਿੱਧੇ ਤੌਰ ਤੇ ਜੁੜ ਸਕੀਏ। ਵਾਹ ਜੀ ਵਾਹ। ਡਾਕਟਰ ਸਾਹਿਬ, ਮੈਨੂੰ ਐਂ ਲੱਗਦਾ ਵੀ ਹਾਂ ਜਿਹੜਾ ਤੁਸੀਂ FPO ਦੀ ਗੱਲ ਕਰਦੇ ਹੋ, ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੀ ਗੱਲ ਕਰਦੇ ਆ, ਸਾਨੂੰ ਇੱਕ ਵਿਸ਼ਾ ਸਪੈਸ਼ਲ ਇਹਦੇ 'ਤੇ ਹੀ ਫੋਕਸ ਰੱਖਣਾ ਪੈਣਾ। ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਹਾਡੇ ਵੱਲੋਂ ਇਸ ਸੰਬੰਧੀ ਸਵਾਲ ਕਿਸੇ ਵੀ ਵਿਸ਼ੇ ਸੰਬੰਧੀ ਜਿਹੜੇ ਅਸੀਂ ਮਾਹਰ ਸੱਦੇ ਨੇ ਉਹ ਆਉਂਦੇ ਆ, ਅਤੇ ਉਹਦੇ 'ਤੇ ਅਸੀਂ ਜ਼ਰੂਰ ਗੱਲ ਕਰਾਂਗੇ। ਡਾਕਟਰ ਸਾਹਿਬ, ਤੁਸੀਂ ਜਾਂਦੇ ਇੱਕ ਤਾਂ ਆਪਣਾ ਫ਼ੋਨ ਨੰਬਰ, ਕਿਸੇ ਨੌਜਵਾਨ ਨੇ ਇਸ ਬਾਬਤ ਕੋਈ ਜਾਣਕਾਰੀ ਲੈਣੀ ਹੈ ਉਹ ਸਾਂਝਾ ਕਰੋ, ਅਤੇ ਪਲੱਸ ਇਹ ਵੀ ਦੱਸਿਓ ਵੀ ਤੁਹਾਡੇ ਵਿਭਾਗ ਵੱਲੋਂ ਵੀ, ਸਕੂਲ ਵੱਲੋਂ ਕੋਈ ਸਿਖਲਾਈਆਂ ਇਹੋ ਜਿਹੀਆਂ ਭਵਿੱਖ ਵਿੱਚ ਵੀ ਆਉਂਦੀਆਂ ਜਾ ਰਹੀਆਂ ਵਾ, ਉਹ ਦੱਸੋ ਜ਼ਰੂਰ ਜੀ। ਬਿਲਕੁਲ, ਜੇ ਅਸੀਂ ਗੱਲ ਕਰੀਏ ਸਕੂਲ ਆਫ ਬਿਜ਼ਨਸ ਸਟੱਡੀਜ਼ 1971 ਤੋਂ ਲੈ ਕੇ ਆਪਣੀਆਂ ਸੇਵਾਵਾਂ ਦੇ ਰਿਹਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ। ਜਦੋਂ ਵੀ ਕੋਈ ਟ੍ਰੇਨਿੰਗ ਪ੍ਰੋਗਰਾਮ ਹੁੰਦੇ ਨੇ, ਕਿਸੇ ਵੀ ਡਿਪਾਰਟਮੈਂਟ ਦੇ ਟ੍ਰੇਨਿੰਗ ਪ੍ਰੋਗਰਾਮ ਹੁੰਦੇ ਨੇ, ਉਹਦੇ ਵਿੱਚ ਸਾਡਾ ਉਦਮੀਕਰਨ ਤੇ ਮੰਡੀਕਰਨ ਦੇ ਉੱਤੇ ਲੈਕਚਰ ਜ਼ਰੂਰ ਹੁੰਦਾ ਹੈ। ਤੇ ਇਹ ਤੋਂ ਇਲਾਵਾ ਅਸੀਂ ਜਿਹੜੀਆਂ ਸਾਡੀਆਂ FPOs ਨੇ, ਉਹਨਾਂ ਦੇ ਜਿਹੜੇ CEOs ਹੁੰਦੇ ਨੇ ਜਾਂ ਬੋਰਡ ਆਫ ਡਾਇਰੈਕਟਰਸ ਨੇ, ਉਹਨਾਂ ਲਈ ਵੀ ਅਸੀਂ ਸਿਖਲਾਈ ਕੋਰਸ 2 ਦਿਨ ਦੇ ਜਾਂ 3 ਦਿਨ ਦੇ ਅਸੀਂ ਡਿਜ਼ਾਈਨ ਕਰਕੇ ਉਹ ਵੀ ਉਹਨਾਂ ਨੂੰ ਦਿੰਦੇ ਹਾਂ। ਤੇ ਜੇਕਰ ਕਿਸੇ ਵੀ ਕਿਸਾਨ ਵੀਰ ਨੂੰ ਖੇਤੀ ਵਪਾਰ ਜਾਂ ਵਪਾਰ ਪ੍ਰਬੰਧ ਸੰਬੰਧੀ ਕੋਈ ਵੀ ਸਮੱਸਿਆ ਤਾਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦਾ ਹੈ। ਮੇਰਾ ਜਿਹੜਾ ਨੰਬਰ ਹੈ ਤੁਸੀਂ ਨੋਟ ਕਰ ਲਓ, 81 461 33399, 8146133399। ਤੇ ਤੁਸੀਂ ਕਦੇ ਵੀ ਤੁਹਾਨੂੰ ਕੋਈ ਮੰਡੀਕਰਨ ਸੰਬੰਧੀ ਕੋਈ ਸਮੱਸਿਆ ਹੋਵੇ ਜਾਂ ਵਪਾਰ ਪ੍ਰਬੰਧ ਸੰਬੰਧਿਤ ਕੋਈ ਵੀ ਸਮੱਸਿਆ ਹੋਵੇ ਤਾਂ ਤੁਸੀਂ ਰਾਬਤਾ ਕਾਇਮ ਕਰ ਸਕਦੇ ਜੀ। ਡਾਕਟਰ ਖੁਸ਼ਦੀਪ ਧਰਨੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਸਾਡੇ ਕਿਸਾਨ ਵੀਰਾਂ ਨੂੰ, ਨੌਜਵਾਨਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ। ਤੁਹਾਡੇ ਇਹਨਾਂ ਤਜਰਬਿਆਂ ਦਾ ਅਸੀਂ ਫਿਰ ਮੁੜ ਤੋਂ ਲਾਹਾ ਚੱਕਾਂਗੇ। ਤੁਹਾਨੂੰ ਫਿਰ ਅਸੀਂ ਨਿਯੁਕਤਾ ਦੇਵਾਂਗੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਾਰੇ ਹੋਰ ਡਿਟੇਲ 'ਚ ਕਿਸੇ ਦਿਨ ਵਿਚਾਰ ਚਰਚਾ ਕਰਾਂਗੇ। ਅਤੇ ਅੱਜ ਦੇ ਲਈ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।